ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਸੰਤ ਜੀ ਮਹਾਰਾਜ ਆਪਣੇ ਡੇਰੇ ਤੇ ਪ੍ਰੇਮੀਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਤਦ ਜਮਾਦਾਰ ਜੀ ਨੇ ਪੁੱਛਿਆ, ਮਹਾਰਾਜ ਜੀ, ਕਈ ਵਾਰੀ ਸਾਖੀਆਂ ਵਿੱਚ ਪੜ੍ਹਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਦਰੀ ਨਦਰ ਨਿਹਾਲ ਕਰਕੇ ਸਿੱਖਾਂ ਨੂੰ ਗਿਆਨ ਬਖਸ਼ ਦਿੱਤਾ। ਇਸ ਤਰ੍ਹਾਂ ਹਰ ਇੱਕ ਜਿਗਿਆਸੂ ਤੇ ਇਹ ਮਿਹਰ ਹੋਣੀ ਚਾਹੀਦੀ ਹੈ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ, ਸਤਿਗੁਰੂ ਪੁਰਖ ਦਿਆਲ ਹੈ, ਜਿਸ ਨੂੰ ਸਮਤ ਸਭ ਕੋਇ, ਏਕ ਦ੍ਰਿਸ਼ਟ ਕਰ ਵੇਖਦਾ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਮਨੁੱਖਾ ਜਨਮ ਹੋਣ ਕਰਕੇ ਗਿਆਨ ਦੇ ਅਧਿਕਾਰੀ ਤਾਂ ਸਾਰੇ ਹੀ ਮਾਈ ਭਾਈ ਹਨ, ਪਰ ਤੁਹਾਨੂੰ ਸਮਝਾਉਣ ਲਈ ਅਸੀਂ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ। ਦੋ ਬੀਬੀਆਂ ਹਨ, ਦੋਹਾਂ ਸਵੇਰੇ ਘਰ ਦੇ ਨਿਰਬਾਹ ਲਈ ਅੱਗ ਬਾਲਣੀ ਹੈ। ਇੱਕ ਤਾਂ ਰਾਤ ਹੀ ਸੌਣ ਤੋਂ ਪਹਿਲਾਂ ਚੁੱਲ੍ਹੇ ਵਿੱਚ ਸਭ ਤੋਂ ਹੇਠਾਂ ਸੁੱਕਾ ਫੂਸ, ਫਿਰ ਸੁੱਕੇ ਤੀਲੇ ਤੇ ਉਸ ਦੇ ਉੱਤੇ ਛੋਟੀਆਂ-ਛੋਟੀਆਂ ਲੱਕੜੀਆਂ ਜੋੜ ਦਿੰਦੀ ਹੈ। ਦੂਜੀ ਬੇਪਰਵਾਹ ਹੋ ਕੇ ਆਲਸ ਦੀ ਦੱਬੀ ਹੋਈ ਸੋ ਜਾਂਦੀ ਹੈ। ਸਵੇਰੇ ਦੋਵੇਂ ਜਾਗ ਕੇ ਅੱਗ ਬਾਲਣ ਲੱਗਦੀਆਂ ਹਨ। ਪਹਿਲੀ ਸੁਭਾਗ ਤਾਂ ਇੱਕ ਤੀਲੀ ਹੀ ਬਾਲਦੀ ਹੈ ਤੇ ਝਟਪਟ ਅੱਗ ਲੱਗ ਜਾਂਦੀ ਹੈ। ਦੂਜੀ ਗਿੱਲੇ ਸੁੱਕੇ ਗੋਹੇ ਲੱਕੜੀਆਂ ਚੁੱਲ੍ਹੇ ਵਿੱਚ ਤੁੰਨ ਦਿੰਦੀ ਹੈ। ਤੀਲੀ ਤੇ ਤੀਲੀ ਫੂਕੀ ਜਾਂਦੀ ਹੈ, ਫੂਕਾਂ ਮਾਰ ਕੇ ਸਿਰ ਖਪਾ ਲੈਂਦੀ ਹੈ, ਫਿਰ ਕਿਧਰੇ ਅੱਗ ਸੁਲਗਣ ਲੱਗਦੀ ਹੈ। ਇਸੇ ਤਰ੍ਹਾਂ ਜਿਹੜੇ ਜਗਿਆਸੂ ਸਤਿਗੁਰੂ ਦੇ ਨੇਮ ਅਨੁਸਾਰ ਉੱਦਮ ਕਰਕੇ ਆਪਣੇ ਮਨ ਦੀ ਤਿਆਰੀ ਕਰ ਰੱਖਦੇ ਹਨ, ਉੱਥੇ ਤਾਂ ਇੱਕ ਤੀਲੀ ਅਥਵਾ ਸਤਿਗੁਰ ਦੀ ਇੱਕ ਨਿਗਾਹ ਨਾਲ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਦੂਜਿਆਂ ਤੇ ਭਾਵੇਂ ਨਿੱਤ ਹੀ ਸਤਿਗੁਰੂ ਦੇ ਗੁਰਸਿੱਖਾਂ ਦੀ ਨਿਗਾਹ ਪੈਂਦੀ ਰਹੇ, ਉਹਨਾਂ ਦੇ ਹਿਰਦੇ ਵਿੱਚ ਬੜੀ ਮੁਸ਼ਕਲ ਨਾਲ ਵਰਿਆਂ ਮਗਰੋਂ ਗਿਆਨ ਤੇ ਰਸਤੇ ਦੀ ਮੱਧਮ ਜਿਹੀ ਝਲਕ ਪੈਂਦੀ ਹੈ। ਪਿਛਲੇ ਭਾਗ ਵਿੱਚ ਆਪਾਂ ਦੇਖਿਆ ਸੀਗਾ ਕਿ ਸੰਤ ਜੀ ਮਹਾਰਾਜ ਇੱਕ ਕਾਨਫਰੰਸ ਤੇ ਲੁਧਿਆਣੇ ਗਏ ਸੀ। ਲੁਧਿਆਣੇ ਤੋਂ ਵਾਪਸੀ ਟਾਈਮ ਉਹ ਧੂਰੀ ਆਏ ਤੇ ਧੂਰੀ ਸਟੇਸ਼ਨ ਤੋਂ ਸੰਤ ਜੀ ਮਹਾਰਾਜ ਧੂਰੀ ਨਗਰ ਵਿੱਚ ਪੁੱਜੇ ਅਤੇ 3-4 ਦਿਨ ਇੱਥੇ ਦੀਵਾਨ ਸਜਾਏ। ਸ਼ਬਦ ਕੀਰਤਨ ਦਾ ਅਟੁੱਟ ਪ੍ਰਵਾਹ ਚੱਲਿਆ ਅਤੇ ਬਹੁਤ ਸਾਰੇ ਮਾਈ ਭਾਈ ਨੇ ਖੰਡੇ ਦੀ ਪੌਲ ਲਈ। ਇਸ ਸਮੇਂ ਧੂਰੀ ਦੇ ਗੁਰਦੁਆਰੇ ਦੇ ਬਣਾਉਣ ਦਾ ਗੁਰਮਤਾ ਹੋਇਆ। ਧੂਰੀ ਤੋਂ ਸੰਤ ਜੀ ਅਹਿਮਦਗੜ੍ਹ ਆਏ ਅਤੇ ਇੱਥੇ ਮਹਰੇਨਾ, ਲੋਹਟਬੰਦੀ ਅਤੇ ਇਲਾਕੇ ਦੇ ਬਹੁਤ ਸਾਰੇ ਨਗਰਾਂ ਨੂੰ ਨਾਮ ਬਾਣੀ ਅਤੇ ਅੰਮ੍ਰਿਤ ਦੀ ਦਾਤ ਬਖਸ਼ੀ। ਪ੍ਰਚਾਰ ਦਾ ਅਟੁੱਟ ਚੱਕਰ ਚੱਲ ਪਿਆ। ਇੱਕ ਪਿੰਡ ਤੋਂ ਦੂਜੇ ਪਿੰਡ ਦੀ ਪੰਚਾਇਤ ਲੈ ਜਾਂਦੀ। ਇਸ ਤਰ੍ਹਾਂ ਮੂਲੋਵਾਲ, ਕਾਂਜਲਾ, ਲੌਂਗੋਵਾਲ ਨਗਰਾਂ ਨੂੰ ਤਾਰਦੇ ਹੋਏ ਸੰਤ ਜੀ ਮਹਾਰਾਜ ਚੀਮੇ ਦੀ ਪੰਚਾਇਤ ਦਾ ਪ੍ਰੇਮ ਪੂਰਾ ਕਰਨ ਹਿੱਤ ਇਸ ਨਗਰ ਆਏ। ਇੱਥੇ ਸੰਤ ਜੀ ਮਹਾਰਾਜ ਗੁਰਸਾਗਰ ਸਾਹਿਬ ਮਸਤੂਆਣੇ ਤੋਂ ਪਹਿਲਾਂ ਵੀ ਇੱਕ ਵਾਰੀ ਆ ਚੁੱਕੇ ਸਨ ਅਤੇ ਪਿੰਡ ਦੇ ਵੱਡੇ ਬਾਜ਼ਾਰ ਵਿੱਚ ਕਈ ਸਵੇਰ ਸ਼ਾਮ ਦੇ ਦੀਵਾਨ ਲਾ ਕੇ ਸਾਧ ਸੰਗਤ ਨੂੰ ਨਿਹਾਲ ਕਰ ਗਏ ਸਨ। ਪਿੰਡ ਦੇ ਅੰਦਰਲੇ ਗੁਰਦੁਆਰੇ ਦੀ ਉਗਰਾਹੀ ਉਸ ਸਮੇਂ ਹੋਈ ਸੀ। ਇਸੇ ਨਗਰ ਫੇਰੀ ਵੇਲੇ ਸੰਤ ਜੀ ਮਹਾਰਾਜ ਨੇ ਭਰੇ ਦੀਵਾਨ ਵਿੱਚ ਉੱਚੀ ਆਵਾਜ਼ ਨਾਲ ਆਖਿਆ, ਸਾਨੂੰ 5 ਸੇਵਕਾਂ ਦੀ ਲੋੜ ਹੈ। ਅਸਾਂ ਉਹਨਾਂ ਨੂੰ ਇੱਕ ਪਵਿੱਤਰ ਅਸਥਾਨ ਦੱਸਣਾ ਹੈ ਤੇ ਉਸ ਦੀ ਟਹਿਲ ਵਿੱਚ ਲਾਉਣਾ ਹੈ। ਸੰਤ ਜੀ ਮਹਾਰਾਜ ਦੀ ਇਹ ਮੰਗ ਸੁਣ ਕੇ ਭਾਈ ਮਿਹਰ ਸਿੰਘ, ਭਾਈ ਲਾਲ ਸਿੰਘ, ਭਾਈ ਹਜ਼ਾਰਾ ਸਿੰਘ ਅਤੇ ਹੋਰ 2 ਸੱਜਣ ਉੱਠੇ। ਦੀਵਾਨ ਦੇ ਭੋਗ ਦੇ ਮਗਰੋਂ ਸੰਤ ਜੀ ਮਹਾਰਾਜ ਪਿੰਡ ਤੋਂ ਬਾਹਰ ਗਏ ਤੇ ਇਹਨਾਂ ਨੂੰ ਆਪਣੇ ਖੇਤਾਂ ਵਿੱਚ ਇੱਕ ਪੁਰਾਣੇ ਟੋਭੇ ਤੇ ਲੈ ਆਂਦਾ। ਭਾਈ ਮਿਹਰ ਸਿੰਘ ਤਾਂ ਇੱਥੇ ਪਹਿਰੇ ਤੇ ਬਿਠਾ ਦਿੱਤੇ, ਬਾਕੀਆਂ ਨੂੰ ਆਪਣੀ ਆਪਣੀ ਸੇਵਾ ਲਈ ਅਤੇ ਫਰਮਾਇਆ, ਭਾਈ, ਇਹ ਬੜੀ ਪਵਿੱਤਰ ਧਰਤੀ ਹੈ। ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਹਨ। ਇਸ ਚਰਨ ਧੂੜ ਦੀ ਬਰਕਤ ਦੁਆਰਾ ਇੱਥੇ ਇੱਕ ਦਿਨ ਬੜਾ ਭਾਰੀ ਅਸਥਾਨ ਪ੍ਰਗਟ ਹੋਵੇਗਾ। ਫਿਰ ਆਪਣੀ ਹੱਥੀਂ ਟੋਭੇ ਦੇ ਇੱਕ ਪਾਸੇ ਟੱਕ ਲਾਇਆ ਅਤੇ ਆਖਿਆ ਕਿ ਭਾਈ, ਇਸ ਨੂੰ ਹੌਲੀ-ਹੌਲੀ ਵਧਾਈ ਜਾਓ। ਟੋਭੇ ਤੋਂ 3 ਕੁ ਫਰਲਾਂਗ ਤੇ ਇੱਕ ਜ਼ਿਮੀਂਦਾਰ ਦਾ ਕੱਚਾ ਬੁਰਜ ਸ਼ਾਮਲਾ ਧਰਤ ਵਿੱਚ ਸੀ। ਇਸ ਵਿੱਚ ਸੰਤ ਜੀ ਮਹਾਰਾਜ ਨੇ ਇੱਕ ਉਦਾਸੀ ਸਾਧੂ ਸੁੱਤੇ ਪ੍ਰਕਾਸ਼ ਨੂੰ ਡੇਰਾ ਲਾਉਣ ਦੀ ਆਗਿਆ ਕੀਤੀ ਅਤੇ ਫਰਮਾਇਆ, ਤੁਸੀਂ ਇੱਥੇ ਬੈਠ ਕੇ ਸਿਮਰਨ ਕਰੋ, ਪਿੰਡ ਦਾ ਇਹ ਪਾਸਾ ਵਸਦਾ ਰਹੇਗਾ। ਹੁਣ ਜਦ ਦੂਜੀ ਵਾਰੀ ਸੰਤ ਚੀਮੇ ਦੀ ਸਾਧ ਸੰਗਤ ਦਾ ਪ੍ਰੇਮ ਪੂਰਾ ਕਰਨ ਲਈ ਆਏ, ਤਦ ਇੱਕ ਦਿਨ ਆਸਾ ਜੀ ਦੀ ਵਾਰ ਦੇ ਭੋਗ ਦੇ ਮਗਰੋਂ ਸਾਧ ਸੰਗਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਸ ਨਗਰ ਵਿੱਚ ਵੀ ਕੋਈ ਤੀਰਥ ਪ੍ਰਗਟ ਕਰੋ। ਸੰਤ ਜੀ ਮਹਾਰਾਜ ਹੱਸ ਕੇ ਬੋਲੇ, ਭਾਈ, ਗੁਰਸਾਗਰ ਸਾਹਿਬ ਮਸਤੂਆਣਾ ਤੁਹਾਡੇ ਨੇੜੇ ਹੀ ਹੈ, ਹੋਰ ਤੀਰਥਾਂ ਦੀ ਕੀ ਲੋੜ ਹੈ। ਪਰ ਜਦ ਸਾਧ ਸੰਗਤ ਹੱਥ ਜੋੜ ਕੇ ਖਹਿੜੇ ਹੀ ਪੈ ਗਈ, ਤਦ ਆਖਿਆ, ਭਾਈ, ਪਿਛਲੇ ਪਹਿਰ 4 ਵਜੇ ਸਾਰੀ ਸਾਧ ਸੰਗਤ ਉਸ ਟੋਭੇ ਕੋਲ ਜਿਹੜਾ ਸਾਡੇ ਖੇਤਾਂ ਵਿੱਚ ਹੈ ਇਕੱਠੇ ਹੋ ਜਾਓ।
ਫਿਰ ਤੁਹਾਡੇ ਪ੍ਰੇਮ ਅਨੁਸਾਰ ਤੀਰਥ ਅਸਥਾਨ ਦੀ ਨੀਂਹ ਰੱਖੀ ਜਾਵੇਗੀ। ਇਸ ਸਮੇਂ ਸਿਰ ਸ਼ਾਮ ਵੇਲੇ ਨਗਰ, ਚੀਮਾ ਅਤੇ ਹੋਰ ਨੇੜੇ ਦੇ ਨਗਰਾਂ ਦੀ ਸਾਧ ਸੰਗਤ ਇਕੱਤਰ ਹੋ ਗਈ। ਇਹਨਾਂ ਵਿੱਚ ਖਾਸ ਕਰ ਬੀਰ ਅਤੇ ਤੋਲੋਵਾਲ ਦੇ ਪ੍ਰੇਮੀ ਸਨ। ਕੁਝ ਚਿਰ ਸੰਤ ਜੀ ਮਹਾਰਾਜ ਇੱਕ ਵਨ ਅਤੇ ਹੀਸ ਦੇ ਮੱਧ, ਜਿਹੜੇ ਅੱਜ ਕੱਲ੍ਹ ਨਾਨਕਸਰ ਸਾਹਿਬ ਸਰੋਵਰ ਦੇ ਐਨ ਵਿਚਕਾਰ ਖੜੇ ਹਨ, ਸਮਾਧੀ ਸਥਿਤ ਰਹੇ। ਫਿਰ ਨੇਤਰ ਖੁੱਲੇ ਅਤੇ ਸਾਰੀ ਸਾਧ ਸੰਗਤ ਤੇ ਮਹਾਂਪੁਰਖਾਂ ਦੀ ਦ੍ਰਿਸ਼ਟੀ ਪਈ। 5 ਕੁ ਮਿੰਟਾਂ ਦੇ ਮਗਰੋਂ ਇੱਥੋਂ ਉੱਠ ਖਲੋਤੇ ਤੇ ਟੋਭੇ ਦੇ ਵਿੱਚ ਚਲੇ ਗਏ। ਇੱਕ ਸੇਵਕ ਪਾਸੋਂ ਚਾਕੂ ਲੈ ਕੇ ਕੁਝ ਮਿੱਟੀ ਆਪਣੇ ਹਸਤ ਕਮਲਾਂ ਨਾਲ ਪੁੱਟੀ ਅਤੇ ਇਸ ਨੂੰ ਆਪਣੀ ਚਾਦਰ ਵਿੱਚ ਬੜੇ ਅਦਬ ਨਾਲ ਪਾ ਕੇ ਬਾਹਰ ਲਿਆਂਦਾ। ਫਿਰ ਹੁਕਮ ਦਿੱਤਾ ਕਿ ਸਾਰੇ ਮਾਈ ਭਾਈ 5-5 ਫੇਰੇ ਮਿੱਟੀ ਦੇ ਬਾਹਰ ਸੁੱਟੋ। ਫਿਰ ਟੋਭੇ ਦੇ ਆਲੇ ਦੁਆਲੇ ਫਿਰ ਕੇ ਸਰੋਵਰ ਦੀ ਹੱਦ ਕਾਇਮ ਕਰ ਦਿੱਤੀ ਅਤੇ ਫਰਮਾਇਆ ਕਿ ਮਿੱਟੀ ਇਸ ਹੱਦ ਤੋਂ ਬਾਹਰ ਸੁੱਟੀ ਜਾਵੇ। ਜਦ ਸਾਧ ਸੰਗਤ ਨੇ ਮਿੱਟੀ ਦੀ ਕਾਰ ਪੂਰੀ ਕਰ ਲਈ, ਤਦ ਨਗਰ ਦੇ ਇੱਕ ਪੰਡਤ ਨੇ, ਜਿਹੜਾ ਸੰਤ ਜੀ ਮਹਾਰਾਜ ਦਾ ਬਾਲ ਸਖਾਈ ਮਿੱਤਰ ਸੀ, ਅਰਜ਼ ਕੀਤੀ, ਸੱਚੇ ਪਾਤਸ਼ਾਹ, ਚੂਨਾ ਇੱਟ ਤਿਆਰ ਹੈ, ਤੀਰਥ ਦੀ ਨੀਂਹ ਰੱਖੋ। ਸੰਤ ਜੀ ਮਹਾਰਾਜ ਪੰਡਤ ਦੇ ਨਾਲ ਨਾਲ ਤੁਰ ਪਏ ਅਤੇ ਇੱਕ ਕਰੀਰ ਦੇ ਬੂਟੇ ਦੇ ਕੋਲ, ਜਿੱਥੇ ਇਸ ਵੇਲੇ ਨਾਨਕਸਰ ਸਾਹਿਬ ਦੇ ਸਰੋਵਰ ਦੀ ਉੱਪਰਲੀ ਪੌੜੀ ਹੈ, ਆਪਣੇ ਪਵਿੱਤਰ ਹਸਤ ਕਮਲਾਂ ਨਾਲ 5 ਇੱਟਾਂ ਰੱਖੀਆਂ। ਇਸ ਦੇ ਪਿੱਛੋਂ ਰਾਜ ਨੇ ਇੱਥੇ ਇੱਕ ਛੋਟੀ ਜਿਹੀ ਥੜੀ ਬਣਾ ਦਿੱਤੀ ਤਾਂ ਕਿ ਇੱਟਾਂ ਹਿੱਲ ਨਾ ਜਾਣ ਅਤੇ ਬੁਨਿਆਦ ਕਾਇਮ ਰਹੇ। ਨੀਂਹ ਧਰਨ ਦੇ ਸਮੇਂ ਪੰਡਤ ਜੀ ਨੇ 3 ਵਾਰੀ ਹੱਥ ਜੋੜ ਕੇ ਅਰਜ਼ ਕੀਤੀ ਕਿ ਮਹਾਰਾਜ, ਇਸ ਦਾ ਨਾਮ ਜਨਮ ਅਸਥਾਨ ਰੱਖੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਭੋਲਿਆ, ਇਹ ਨਾਨਕਸਰ ਸਾਹਿਬ ਤੀਰਥ ਹੈ, ਇੱਥੇ ਗੁਰੂ ਸਾਹਿਬ ਜੀ ਦੇ ਚਰਨ ਪਏ ਹਨ। ਫਿਰ ਪੰਡਤ ਜੀ ਨੇ ਆਖਿਆ, ਹਜੂਰ, ਅਸਥਾਨ ਨੂੰ ਬਣਾਓ। ਸੰਤ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਇਹ ਬਚਨ ਨਿਕਲੇ, ਭਾਈ, ਸਾਨੂੰ ਗੁਰੂ ਕਲਗੀਧਰ ਜੀ ਮਹਾਰਾਜ ਦਾ ਗੁਰੂ ਕਾਸ਼ੀ ਸੇਵਾ ਕਰਾਉਣ ਦਾ ਹੁਕਮ ਹੈ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂਸਰ ਸਰੋਵਰ ਪੂਰਾ ਕਰਨਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਥੜਾ ਸਾਹਿਬ ਤੇ ਦੀਵਾਨ ਅਸਥਾਨ ਬਣਾ ਕੇ ਸਾਧ ਸੰਗਤ ਦੇ ਨਿਵਾਸ ਲਈ ਬੂੰਗੇ ਤਿਆਰ ਕਰਨੇ ਹਨ। ਨਾਲ ਹੀ ਸਤਿਗੁਰੂ ਕਲਗੀਆਂ ਵਾਲੇ ਦੇ ਸਾਰੇ ਬਚਨ ਪੂਰੇ ਕਰਨੇ ਹਨ। ਇਸ ਸਥਾਨ ਦੀ ਸੇਵਾ ਸਾਡੇ ਸਰੀਰ ਛੱਡਣ ਦੇ ਮਗਰੋਂ ਸਾਧ ਸੰਗਤ ਕਰੇਗੀ। ਚੀਮੇ ਨਗਰ ਨੂੰ ਨਿਹਾਲ ਕਰਕੇ ਸੰਤ ਜੀ ਮਹਾਰਾਜ ਕਟੂ ਅਤੇ ਹੋਰ ਕਈ ਨਗਰਾਂ ਵਿੱਚੋਂ ਹੁੰਦੇ ਹੋਏ ਪਟਿਆਲੇ ਆ ਪਹੁੰਚੇ। ਇਨ੍ਹਾਂ ਦਿਨਾਂ ਵਿੱਚ ਦਾਸ ਦੀ ਕੰਨਿਆ ਮਹਾਵਿਦਿਆਲੇ ਪੰਚਖੰਡ ਭਸੌੜ ਦੀ 6 ਮਹੀਨੇ ਸੇਵਾ ਕਰਕੇ ਇੱਥੇ ਪੁੱਜ ਚੁੱਕਾ ਸੀ। ਇੱਕ ਦਿਨ ਸ਼ਾਮ ਦੇ ਵੇਲੇ ਦਾਸ ਸਰਦਾਰ ਆਤਮਾ ਸਿੰਘ SDO ਦੀ ਕੋਠੀ ਬੈਠਾ ਹੋਇਆ ਸੀ ਕਿ ਇੱਕ ਪ੍ਰੇਮੀ ਨੇ ਆ ਕੇ ਖਬਰ ਕੀਤੀ, ਸੰਤ ਜੀ ਮਹਾਰਾਜ ਪਟਿਆਲੇ ਆਏ ਹੋਏ ਹਨ ਅਤੇ ਉਹਨਾਂ ਦਾ ਦੀਵਾਨ ਅੱਜ ਸ਼ਹਿਰ ਦੇ ਅੰਦਰ ਸੇਵਕ ਜਥੇ ਦੇ ਗੁਰਦੁਆਰੇ ਵਿੱਚ ਲੱਗਣਾ ਹੈ। ਇਹ ਖਬਰ ਸੁਣਦਿਆਂ ਸਾਰ ਹੀ ਇਸ਼ਨਾਨ ਪਾਣੀ ਕਰ ਦਾਸ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਦੀਵਾਨ ਵਿੱਚ ਹਾਜ਼ਰ ਹੋ ਗਿਆ। ਸੰਤ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਜੇ ਹੋਏ ਸਨ। ਸਾਧ ਸੰਗਤ ਦੀ ਆਵਾਜਾਈ ਤੇ ਨਮਸਕਾਰ ਕਰਨ ਹਿਤ 2 ਕੁ ਗਜ ਚੌੜਾ ਲਾਲ ਕੱਪੜਾ ਫਰਸ਼ ਤੇ ਵਿਛਿਆ ਹੋਇਆ ਸੀ। ਗੁਰਦੁਆਰੇ ਸਾਹਿਬ ਦੇ ਅੱਧੇ ਹਿੱਸੇ ਵਿੱਚ ਪ੍ਰੇਮੀ ਸਜੇ ਹੋਏ ਸਨ ਅਤੇ ਦੂਜੇ ਹਿੱਸੇ ਵਿੱਚ ਮਾਈਆਂ ਤੇ ਬੀਬੀਆਂ। ਪਹਿਲਾਂ ਸੰਤ ਜੀ ਮਹਾਰਾਜ ਉੱਚੀ ਸ਼ਬਦ ਵਿੱਚ ਸ਼ਬਦ ਦੀ ਇੱਕ ਤੁਕ ਪੜ੍ਹਦੇ, ਫਿਰ ਸਾਧ ਸੰਗਤ ਅਤੇ ਤੀਜੀ ਥਾਂ ਮਾਈਆਂ ਬੀਬੀਆਂ। ਇੱਕ ਅਸਚਰਜ ਰੰਗ ਬਣਿਆ ਹੋਇਆ ਸੀ। ਅੰਮ੍ਰਿਤ ਭਿੰਨੀ ਗੁਰਬਾਣੀ ਦੀ ਐਸੀ ਲਹਿਰ ਚੱਲੀ ਹੋਈ ਸੀ ਕਿ ਸਾਰੇ ਮਾਈ ਭਾਈ ਆਪਣੇ ਸਰੀਰਾਂ ਨੂੰ ਭੁੱਲ ਕੇ ਸ਼ਬਦ ਰੂਪ ਹੋ ਗਏ ਸਨ। ਇਹ ਇੱਕ ਬੈਕੁੰਠ ਦੀ ਝਾਕੀ ਸੀ। ਦੀਵਾਨ ਦੇ ਭੋਗ ਦੇ ਮਗਰੋਂ ਸਰਦਾਰ ਆਤਮਾ ਸਿੰਘ ਜੀ ਅਤੇ ਦਾਸ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਅਤੇ ਦਰਸ਼ਨ ਕਰਕੇ ਨਿਹਾਲ ਹੋਏ। ਫਿਰ ਸਰਦਾਰ ਆਤਮਾ ਸਿੰਘ ਜੀ ਨੇ ਹੱਥ ਜੋੜ ਕੇ ਪ੍ਰਸ਼ਾਦ ਛਕਣ ਦੀ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ, ਪ੍ਰਸ਼ਾਦ ਦੀ ਵੰਡ ਪ੍ਰਬੰਧਕਾਂ ਦੇ ਹੱਥ ਹੈ, ਜਦੋਂ ਇਹ ਵਾਰੀ ਦੇਣਗੇ ਅਸੀਂ ਹਾਜ਼ਰ ਹੋ ਜਾਵਾਂਗੇ। ਨਿਯਤ ਦਿਨ ਸੰਤ ਜੀ ਮਹਾਰਾਜ ਆਤਮਾ ਸਿੰਘ ਜੀ ਦੇ ਗ੍ਰਹਿ ਪ੍ਰਸ਼ਾਦ ਛਕਣ ਆਏ। ਪ੍ਰਸ਼ਾਦ ਛਕਣ ਦੇ ਮਗਰੋਂ ਸਰਦਾਰ ਸਾਹਿਬ ਦੀ ਕੋਠੀ ਵਿੱਚ ਰੱਖਣ ਦਾ ਗੁਰਮਤਾ ਹੋ ਗਿਆ। ਦੂਜੇ ਦਿਨ ਆਸਾ ਜੀ ਦੀ ਵਾਰ ਦਾ ਦੀਵਾਨ ਕੋਠੀ ਵਿੱਚ ਲੱਗਾ ਅਤੇ ਭੋਗ ਦੇ ਮਗਰੋਂ ਅਖੰਡ ਪਾਠ ਆਰੰਭ ਹੋ ਗਿਆ। ਭੋਗ ਪੈਣ ਵਾਲੇ ਦਿਨ ਜਦ ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ ਦੀਵਾਨ ਵਿੱਚ ਆਏ ਤਾਂ ਇੱਕ ਪ੍ਰੇਮੀ ਸਰਦਾਰ ਜੋਗਿੰਦਰ ਸਿੰਘ ਨੇ ਆਪਣੇ ਪ੍ਰੇਮ ਅਤੇ ਸ਼ਰਧਾ ਭਗਤੀ ਨਾਲ ਸੰਤ ਜੀ ਦੇ ਬੈਠਣ ਲਈ ਦਰੀ ਤੇ ਇੱਕ ਕੰਬਲ ਵਿਛਾ ਦਿੱਤਾ। ਸੰਤ ਜੀ ਮਹਾਰਾਜ ਨੇ ਚੁੱਪ ਚਪੀਤੇ ਹੀ ਭੂਰੇ ਨੂੰ ਚੁੱਕ ਦਿੱਤਾ ਅਤੇ ਸਹਿ ਸੁਭਾਅ ਸਾਧ ਸੰਗਤ ਦੇ ਨਾਲ ਬੈਠ ਕੇ
ਅਖੰਡ ਪਾਠ ਦੇ ਭੋਗ ਤੋਂ ਦੇ ਥੋੜ੍ਹੇ ਦਿਨਾਂ ਮਗਰੋਂ ਹੀ ਸੰਤ ਜੀ ਮਹਾਰਾਜ ਨੇ 9ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਤਰਨਤਾਰਨ 'ਤੇ ਜਾਣ ਦੀ ਤਿਆਰੀ ਕਰ ਲਈ। ਦਾਸ ਵੀ ਜਥੇ ਸਮੇਤ ਨਾਲ ਹਾਜ਼ਰ ਹੋ ਗਿਆ। ਤਰਨਤਾਰਨ ਸਾਹਿਬ ਪੁੱਜ ਕੇ ਸੰਤ ਜੀ ਮਹਾਰਾਜ ਨੇ ਡਾਕਟਰ ਹਰਨਾਮ ਸਿੰਘ ਜੀ ਦੀ ਕੋਠੀ ਡੇਰਾ ਕੀਤਾ ਅਤੇ ਬਾਕੀ ਜਥੇ ਦਾ ਆਸਣ ਉਪਦੇਸ਼ਕ ਮਹਾਵਿਦਿਆਲੇ ਵਿੱਚ ਕਰਾਇਆ ਗਿਆ। ਸੰਤ ਜੀ ਮਹਾਰਾਜ ਨੇ ਆਪਣੇ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਧਾਰਮਿਕ ਪੰਡਾਲ ਵਿੱਚ ਦੀਵਾਨ ਸਜਾਇਆ। 15 ਕੁ ਹਜ਼ਾਰ ਸੰਗਤ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰ ਸੀ। ਸ਼ਾਮ ਦੇ ਸਮੇਂ ਸਰਦਾਰ ਖੜਕ ਸਿੰਘ ਜੀ ਨਿਯਤ ਪ੍ਰਧਾਨ ਕਾਨਫਰੰਸ ਸਮਾਗਮ ਜਲੂਸ ਦੀ ਸ਼ਕਲ ਵਿੱਚ ਤਰਨਤਾਰਨ ਰੇਲਵੇ ਸਟੇਸ਼ਨ ਤੋਂ ਪੈਦਲ ਗੁਰਦੁਆਰੇ ਸਾਹਿਬ ਦੀ ਯਾਤਰਾ ਕਰਕੇ ਦੀਵਾਨ ਅਸਥਾਨ ਪੁੱਜੇ। ਰਹਿਰਾਸ ਸਾਹਿਬ ਦੇ ਮਗਰੋਂ ਜਲੂਸ ਦਾ ਅਰਦਾਸਾ ਸੋਧਿਆ ਗਿਆ ਅਤੇ ਸਾਰੇ ਆਪਣੇ ਆਪਣੇ ਡੇਰਿਆਂ 'ਤੇ ਚਲੇ ਗਏ। ਦੂਜੇ ਦਿਨ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ 12 ਸਲੋਕਾਂ ਦਾ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਤੇ ਪਿਛਲਾ ਹਿੱਸਾ ਸੰਤ ਜੀ ਮਹਾਰਾਜ ਨੇ ਮਾਈ ਭਾਈ ਨੂੰ ਪੜ੍ਹਾਇਆ। ਐਨ 10 ਵਜੇ ਕਾਨਫਰੰਸ ਦਾ ਸਮਾਗਮ ਸ਼ੁਰੂ ਹੋ ਗਿਆ। ਜਦ ਪੰਡਾਲ ਵਿੱਚ ਸਾਰੀ ਸਾਧ ਸੰਗਤ ਪ੍ਰਧਾਨ ਅਤੇ ਹੋਰ ਪ੍ਰਬੰਧਕ ਆਪਣੀ ਥਾਵਾਂ 'ਤੇ ਸਜੇ ਹੋਏ ਸਨ, ਤਦ ਹੀ ਮਹਾਰਾਜ ਨੇ ਜਥੇ ਸਮੇਤ ਦਰਸ਼ਨ ਦਿੱਤੇ ਅਤੇ ਸਾਰਾ ਪੰਡਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਰਿਸੈਪਸ਼ਨ ਕਮੇਟੀ ਪ੍ਰਧਾਨ ਨੇ ਅੱਗੇ ਵੱਧ ਕੇ ਸੰਤ ਜੀ ਮਹਾਰਾਜ ਨੂੰ ਆਪਣੇ ਨਾਲ ਇੱਕ ਖਾਸ ਕੁਰਸੀ 'ਤੇ ਬਿਠਾ ਲਿਆ। ਫਿਰ ਸਾਰੀ ਸੰਗਤ ਆਪਣੀ ਆਪਣੀ ਥਾਂ ਬੈਠ ਗਈ। ਸਮਾਗਮ ਦੇ ਪ੍ਰਧਾਨ ਦੀ ਮਰਿਆਦਾ ਪੂਰਵਕ ਸਾਧ ਸੰਗਤ ਪਾਸੋਂ ਪ੍ਰਵਾਨਗੀ ਲਈ ਗਈ। ਇਸ ਦੇ ਮਗਰੋਂ ਰਿਸੈਪਸ਼ਨ ਕਮੇਟੀ ਦੇ ਪ੍ਰਧਾਨ ਨੇ ਆਪਣਾ ਲੇਖ ਪੜ੍ਹਿਆ। ਫਿਰ ਸਰਦਾਰ ਖੜਕ ਸਿੰਘ ਜੀ ਨੇ ਆਪਣਾ ਐਡਰੈਸ ਪੇਸ਼ ਕੀਤਾ। ਐਡਰੈਸ ਪੇਸ਼ ਕਰਨ ਦੇ ਮਗਰੋਂ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਸ਼ਬਦ ਪੜ੍ਹਨ ਦੀ ਬੇਨਤੀ ਕੀਤੀ। ਬੜੀ ਉੱਚੀ ਸੁਰ ਵਿੱਚ ਸੰਤ ਜੀ ਮਹਾਰਾਜ ਨੇ ਸਾਰੀ ਸੰਗਤ ਨੂੰ 3 ਥਾਂ ਸ਼ਬਦ ਪੜ੍ਹਾਇਆ। ਸਾਰਿਆਂ ਦੀ ਬਿਰਤੀ ਇੱਕ ਰਸ ਗੁਰਬਾਣੀ ਵਿੱਚ ਲੀਨ ਹੋ ਗਈ। ਇਸ ਦੇ ਮਗਰੋਂ ਸੰਤ ਜੀ ਮਹਾਰਾਜ ਨੇ ਪ੍ਰੋਫੈਸਰ ਪੂਰਨ ਸਿੰਘ ਦੁਆਰਾ ਆਪਣਾ ਹੁਕਮ ਸੁਣਾਇਆ ਕਿ ਸਰਬੱਤ ਮਾਈ ਭਾਈ ਅੰਤਰਮੁਖ ਹੋ ਕੇ 5 ਮਿੰਟ ਲਈ ਸ਼ਬਦ ਗੁਰੂ ਮੰਤਰ ਦਾ ਧਿਆਨ ਕਰੋ। ਇੱਕਦਮ ਸਾਰੇ ਪੰਡਾਲ ਵਿੱਚ ਇੱਕ ਅਦੁੱਤੀ ਸੁੰਨ ਸਮਾਧੀ ਵਰਤ ਗਈ। ਸਭ ਦੀ ਲਿਵ ਨਾਮ ਵਿੱਚ ਜੁੜ ਗਈ। 5 ਮਿੰਟ ਮਗਰੋਂ ਸਕੱਤਰ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾਇਆ। ਸਾਰੀ ਸੰਗਤ ਨੇ ਆਪਣੇ ਆਪਣੇ ਨੇਤਰ ਖੋਲ੍ਹੇ ਅਤੇ ਕਾਨਫਰੰਸ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਧੰਨਵਾਦ। ਇਸ ਤੋਂ ਅਗਲਾ ਪਾਰਟ ਆਪਾਂ ਇਸ ਤੋਂ ਅਗਲੇ ਵੀਡੀਓ ਵਿੱਚ ਸੁਣਾਂਗੇ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਅਤੇ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਨਾ।